Hello students, today we will enjoy the geography lesson 3rd, the changing earth. Okay, so before starting the chapter, firstly we will discuss the pictures given on this page. See, there are basically 5 pictures. This first picture represents the placement of continents, ठीक है, ऑफ टूडेज, ठीक है। ਮੀਨਸ ਜੋ ਅੱਜ ਆਪਣੀ ਅਰਥ ਦੇ ਉੱਪਰ ਬੇਟਾ 7 ਕੌਂਟੀਨੈਂਟਸ ਨੇ, ਠੀਕ ਹੈ, ਇਹ ਉਹਨਾਂ ਦੀ ਡਿਵੀਜ਼ਨਸ ਦਿਖਾਈ ਗਈ ਹੈ ਅਤੇ ਜਿਹੜੀਆਂ ਉਹਨਾਂ ਦੀਆਂ ਟੈਕਟੋਨਿਕਸ ਪਲੇਟਸ ਨੇ ਉਹਨਾਂ ਦੀ ਬਾਉਂਡਰੀ ਦਿਖਾਈ ਸ਼ੋ ਕੀਤੀ ਹੋਈ ਹੈ। ਰੈੱਡ ਵਾਲੀ ਕੀ ਹੈ, ਜਿਹੜੀ ਟੈਕਟੋਨਿਕਸ ਪਲੇਟਸ ਦੀ ਬਾਉਂਡਰੀ ਆ ਉਹ ਸ਼ੋ ਕੀਤੀ ਗਈ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਸਮਝਣਾ ਹੈ ਕਿ ਜਿਹੜੀ ਆਪਣੀ ਅਰਥ ਹੈ ਕਿ ਜੋ ਅੱਜ ਆਪਾਂ ਦੇਖਦੇ ਹਾਂ, ਠੀਕ ਹੈ, ਕਿ ਪਹਿਲਾਂ ਇਹ ਕਿਸ ਤਰ੍ਹਾਂ ਦੀ ਸੀ, ਠੀਕ ਹੈ। ਜੇ ਕੌਂਟੀਨੈਂਟਸ ਕਿੱਦਾਂ ਬਣੇ ਇਸ ਤਰ੍ਹਾਂ, ਠੀਕ ਹੈ, 7 ਕੌਂਟੀਨੈਂਟਸ ਕਿੱਦਾਂ ਫੋਰਮ ਹੋਏ। ਓਕੇ, ਤੋ ਲੈਟ ਅਸ ਸੀ ਦ ਫਸਟ ਪਿਕਚਰ, ਠੀਕ ਹੈ। ਅਪਰੋਕਸੀਮੇਟਲੀ 225 ਮਿਲੀਅਨ ਈਅਰ ਐਗੋ, ਠੀਕ ਹੈ, ਦ all 7 continents were joints, ठीक है, and it was a super continent that is called Pangaea। okay, तो इसका नाम की सी बेटा Pangaea, ठीक है। मीनस पहले ਜਿਹੜੇ ਸਾਰੇ ਕੌਂਟੀਨੈਂਟਸ ਸੀਗੇ ਉਹ ਇੱਕ ਸਿੰਗਲ ਸੁਪਰ ਕੌਂਟੀਨੈਂਟ ਸੀਗਾ ਜਿਹਨੂੰ ਕੀ ਕਹਿੰਦੇ ਸੀ, ਪੈਂਗੀਆ ਕਹਿੰਦੇ ਸੀ, ਠੀਕ ਹੈ। ਉਸ ਤੋਂ ਬਾਅਦ 135 ਮਿਲੀਅਨ ਈਅਰ ਐਗੋ, ਠੀਕ ਹੈ, ਜਿਹੜੇ ਕੌਂਟੀਨੈਂਟਸ ਪਲੇਟ ਸੀਗੀਆਂ ਉਹਨਾਂ ਦੇ ਵਿੱਚ ਡਿਸਪਲੇਸਮੈਂਟ ਹੋਣ ਕਾਰਨ, ਠੀਕ ਆ, ਉਹ ਥੋੜ੍ਹੇ ਡਰਿਫਟ ਹੋ ਗਏ, ਮੀਨਸ ਬ੍ਰੋਕ ਡਾਊਨ ਹੋਣੇ ਸ਼ੁਰੂ ਹੋ ਗਏ ਅਤੇ ਆਪਸ ਦੇ ਵਿੱਚ ਕੀ ਆ ਉਹ ਇੱਕ ਦੂਸਰੇ ਤੋਂ ਡਿਸਪਲੇਸ ਹੋਣੇ ਸ਼ੁਰੂ ਹੋ ਗਏ, ਮੀਨਸ ਇੱਕ ਦੂਸਰੇ ਤੋਂ ਦੂਰ ਹਟਣੇ ਸ਼ੁਰੂ ਹੋ ਗਏ। ਓਕੇ, ਇਸ ਤਰ੍ਹਾਂ ਦੇਖੋ, ਇਹ ਏਸ਼ੀਅਨ ਪਲੇਟ ਹੋ ਗਈ, ਇਹ ਅਫਰੀਕਨ ਪਲੇਟ ਹੋ ਗਈ, ਸਾਊਥ ਅਮਰੀਕਨ ਹੋ ਗਈ, ਠੀਕ ਹੈ, ਇੰਡੀਅਨ ਪਲੇਟ, ਅਤੇ ਇਹ ਹੈਗਾ ਆਪਣਾ ਆਸਟ੍ਰੇਲੀਅਨ ਅਤੇ ਅੰਟਾਰਕਟਾ। ਓਕੇ, ਤਾਂ ਉਸ ਤੋਂ ਬਾਅਦ ਹੈਗੀ ਇਹ ਨੈਕਸਟ ਪਿਕਚਰ ਹੈ 65 ਮਿਲੀਅਨ ਈਅਰ ਐਗੋ, ਜਿਹੜੀ ਕੌਂਟੀਨੈਂਟਸ ਨੇ ਉਹ ਕਾਫੀ ਦੂਰ ਜਾ ਚੁੱਕੇ ਸੀ, ਠੀਕ ਹੈ। ਅਫਰੀਕਨ ਪਲੇਟ ਅਲੱਗ ਹੋ ਗਈ, ਠੀਕ ਹੈ, ਯੂਰੋ ਏਸ਼ੀਅਨ ਪਲੇਟ ਅਲੱਗ ਹੈ। ਓਕੇ, ਨਾਰਥ ਅਮਰੀਕਨ ਐਂਡ ਸਾਊਥ ਅਮਰੀਕਨ ਪਲੇਟਸ ਡਿਫਰੈਂਟ ਹੋ ਗਈਆਂ। ਓਕੇ, ਆਸਟ੍ਰੇਲੀਆ ਅਤੇ ਅੰਟਾਰਕਟਾ ਡਿਫਰੈਂਟ ਹੋ ਗਈ, ਠੀਕ ਹੈ। ਇੰਡੀਅਨ ਪਲੇਟ ਹੈ ਜਿਹੜੀ ਤੁਹਾਡੀ ਉਹ ਡਰਿਫਟ ਹੋ ਕੇ ਇੱਥੇ ਚਲੀ ਗਈ, ਓਕੇ, ਈਸਟ ਦੇ ਵੱਲ। ਉਸ ਤੋਂ ਬਾਅਦ ਜਿਹੜੀ ਟੂਡੇ ਜੇ ਆਪਾਂ ਜਿਹੜੇ ਆਪਾਂ 7 ਕੌਂਟੀਨੈਂਟਸ ਨੇ ਆਪਣੇ, ਠੀਕ ਹੈ, ਤਾਂ ਉਹਦੇ ਵਿੱਚ ਜਿਹੜੀ ਆਪਣੀ ਇੰਡੀਅਨ ਪਲੇਟ ਹੈ ਉਹ ਇੱਥੇ ਜਾ ਕੇ ਯੂਰੋ ਏਸ਼ੀਅਨ ਪਲੇਟਸ ਦੇ ਨਾਲ ਮਰਜ ਹੋ ਜਾਂਦੀ ਹੈ, ਠੀਕ ਹੈ। ਆਸਟ੍ਰੇਲੀਆ ਵੀ ਅੰਟਾਰਕਟਾ ਤੋਂ ਟੁੱਟ ਕੇ ਥੋੜ੍ਹਾ ਈਸਟ ਵੱਲ ਚਲਾ ਜਾਂਦਾ ਹੈ। ਓਕੇ, ਅਫਰੀਕਾ ਅਤੇ ਨਾਰਥ ਅਮਰੀਕਾ ਥੋੜ੍ਹਾ ਉੱਪਰ ਵੱਲ, ਨਾਰਥ ਉੱਪਰ ਵੱਲ ਚਲੇ ਜਾਂਦੇ ਨੇ, ਠੀਕ ਹੈ। ਸਾਊਥ ਅਮਰੀਕਾ ਜਿਹੜਾ ਹੈਗਾ ਉਹ ਡਾਊਨ ਸਾਈਡ ਆ ਜਾਂਦਾ ਹੈ। ਮੀਨਸ ਜੋ ਇਹ ਪ੍ਰੈਜੈਂਟ ਫੋਰਮੇਸ਼ਨ ਹੈ 7 ਕੌਂਟੀਨੈਂਟਸ ਦੀ, ਇਹਨੂੰ ਜੋ ਅੱਜ ਦੇ ਟਾਈਮ ਪ੍ਰੈਜੈਂਟ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਬੇਟਾ ਅਰਥ ਦੇ ਉੱਪਰ, ਇਹਨਾਂ ਨੂੰ ਫੋਰਮ ਹੋਣ ਦੇ ਵਿੱਚ ਕਾਫੀ ਮਿਲੀਅਨਸ ਈਅਰਸ ਲੱਗ ਗਏ। ਓਕੇ, ਤੋ ਨਾਓ ਲੈਟਸ ਵੀ ਵਿਲ ਸੀ ਦਾ ਚੈਪਟਰ, ਠੀਕ ਹੈ। In the first paragraph, they have given that 4,000 years ago, people believed that the continents were fixed in their position. The distribution of land and water, however, has not always been the same on the Earth's surface as it is today, ठीक है। तो जो continents ਅੱਜ ਹੈਗੇ ਨੇ ਜਾਂ ਲੈਂਡ ਹੈ, ਵਾਟਰ ਹੈ, ਠੀਕ ਹੈ, ਮੀਨਸ 5 ਓਸ਼ੀਅਨਸ ਨੇ ਲਾਰਜ ਅਤੇ 7 ਕੌਂਟੀਨੈਂਟਸ ਨੇ, ਤਾਂ ਜੋ ਅੱਜ ਆਪਾਂ ਡਿਸਟਰੀਬਿਊਸ਼ਨ ਦੇਖਦੇ ਹਾਂ ਇਹ ਪਹਿਲੇ ਇੱਦਾਂ ਨਹੀਂ ਸੀ, ਠੀਕ ਹੈ। ਪਹਿਲੇ ਕਿਸ ਤਰ੍ਹਾਂ ਦੀ ਸੀਗੀ, ਠੀਕ ਹੈ। ਇਹਦੇ ਲਈ ਨਾ ਐਲਫਰਡ ਵੈਗਨਰ ਨੇ, ਠੀਕ ਹੈ, ਐਲਫਰਡ ਵੈਗਨਰ ਇੱਕ ਜਰਮਨ ਦੇ ਕੀ ਨੇ, ਮੈਟਰੋਲੋਜਿਸਟ ਨੇ, ਠੀਕ ਹੈ। ਮੈਟਰੋਲੋਜਿਸਟ ਕੌਣ ਹੁੰਦਾ, ਦ ਸਾਇੰਟਿਸਟ ਹੂ ਗਿਵ ਦਾ ਵੈਦਰ ਫੋਰਕਾਸਟ। ਓਕੇ, ਤੋ ਉਸਨੇ ਕੀ ਕੀਤਾ ਬੇਟਾ 1912 ਦੇ ਵਿੱਚ ਆਪਣੀ ਇੱਕ ਥਿਊਰੀ ਦਿੱਤੀ ਸੀ, ਠੀਕ ਹੈ। ਉਹਨੇ ਕਿਹਾ ਸੀਗਾ ਕਿ ਜਿਹੜੇ ਸਾਰੇ ਕੌਂਟੀਨੈਂਟਸ ਨੇ ਉਹ ਇੱਕ ਸੁਪਰ ਕੌਂਟੀਨੈਂਟ ਸੀਗਾ ਪਹਿਲੇ, ਠੀਕ ਹੈ। ਉਹਦਾ ਨਾਮ ਕੀ ਸੀਗਾ, ਪੈਨਗੀਆ। ਓਕੇ, ਸਾਰੇ ਕੌਂਟੀਨੈਂਟਸ ਨੂੰ ਮਿਲਾ ਕੇ ਮਿਲੀਅਨਸ ਈਅਰਸ ਐਗੋ ਪਹਿਲਾਂ ਜਿਹੜਾ ਸਾਰੇ 7 ਕੌਂਟੀਨੈਂਟਸ ਨੇ ਉਹ ਇੱਕ ਸੁਪਰ ਕੌਂਟੀਨੈਂਟ ਸੀ, ਉਸਦਾ ਨਾਮ ਕੀ ਸੀਗਾ, ਪੈਨਗੀਆ, ਜੋ ਕਿ ਆਪਾਂ ਨੀਚੇ ਪਿਕਚਰ ਵਿੱਚ ਵੀ ਦੇਖਿਆ, ਠੀਕ ਹੈ। ਇਸ ਤਰ੍ਹਾਂ ਸੀਗਾ ਇਹ ਬੇਟਾ। ਓਕੇ, ਇੱਕ ਸੀਗਾ। ਉਸ ਤੋਂ ਬਾਅਦ, ਠੀਕ ਹੈ, ਹੀ ਸੁਜੈਸਟਡ that the Pangaea broke and there was a horizontal displacement of the continents. This is called Wagner's theory of continental drift, ठीक है। It is very important theory। ਤੁਹਾਨੂੰ ਅੱਗੇ ਨੈਕਸਟ
ਜਿਹੜਾ ਹੈਗਾ ਬੇਟਾ 9th ਕਲਾਸ ਦੀ ਜੋਗਰਾਫੀ ਵਿੱਚ ਵੀ ਆਏਗਾ ਇਹਦੇ ਬਾਰੇ, ਠੀਕ ਹੈ। ਸੋ ਬੈਟਰ ਹੈ ਕਿ ਆਪਾਂ ਆਪਣਾ ਬੇਸਿਕਸ ਇਹਦੇ ਲਈ ਕਲੀਅਰ ਕਰ ਲਈਏ, ਠੀਕ ਹੈ। ਤਾਂ ਇਸ ਥਿਊਰੀ ਨੂੰ ਕੀ ਹੈ ਬੇਟਾ, ਵੈਗਨਰਸ ਥਿਊਰੀ ਆਫ ਕੰਟੀਨੈਂਟਲ ਡ੍ਰਿਫਟ ਕਹਿੰਦੇ ਨੇ। ਮੀਨਸ ਜਿਹੜੇ ਕੰਟੀਨੈਂਟਲ ਡ੍ਰਿਫਟ ਹੋਏ, ਮੀਨਸ ਬ੍ਰੋਕ ਹੋਏ ਨੇ, ਉਹ ਕਿਸ ਤਰ੍ਹਾਂ ਹੋਏ, ਔਰ ਉਹਦੇ ਲਈ ਵੈਗਨਰ ਨੇ ਆਪਣਾ ਇੱਕ ਕੰਸੈਪਟ ਦਿੱਤਾ ਸੀਗਾ। ਓਕੇ, ਕੀ ਕੰਸੈਪਟ ਦਿੱਤਾ ਸੀ? ਪੈਨਗੀਆ ਸੀ ਪਹਿਲੇ ਇੱਕ, ਫਿਰ ਹੌਲੀ ਹੌਲੀ ਪੈਨਗੀਆ ਕੀ ਹੋ ਗਿਆ, ਬ੍ਰੋਕ ਹੋਣਾ ਸ਼ੁਰੂ ਹੋ ਗਿਆ, ਡ੍ਰਿਫਟ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। ਫਿਰ ਜਿਹੜਾ ਹੈਗਾ ਉਹਦੇ ਵਿੱਚ ਹੋਰ ਜਿਹੜਾ ਹੈਗਾ ਡਿਸਪਲੇਸਮੈਂਟ ਵੱਧਦੀ ਗਈ, ਅਤੇ ਅੱਜ ਦੇ ਪ੍ਰੈਜੈਂਟ ਦੇ ਟਾਈਮ ਦੇ ਵਿੱਚ ਇਹ ਜਿਹੜੇ ਹੈਗੇ 7 ਕੰਟੀਨੈਂਟਸ ਨੇ ਜਿਹੜੇ ਉਹ ਫਾਰਮ ਹੋ ਗਏ। ਓਕੇ, ਹੁਣ ਫਰਦਰ ਜਿਹੜੀ ਵੈਗਨਰ ਦੀ ਥਿਊਰੀ ਹੈ ਬੇਟਾ, ਓਕੇ, ਵੈਗਨਰਸ ਥਿਊਰੀ ਵਾਜ ਇੰਪਰੂਵਡ ਅਪੋਨ ਐਡਿੰਗ ਦ ਆਈਡੀਆ ਆਫ ਸੀ ਫਲੋਰ ਸਪਰੈਡਿੰਗ, ਠੀਕ ਹੈ। ਸੀ ਫਲੋਰ ਸਪਰੈਡਿੰਗ ਇਜ਼ ਵਨ ਮੋਰ ਥਿਊਰੀ, ਠੀਕ ਹੈ। ਸੀ ਫਲੋਰ ਸਪਰੈਡਿੰਗ ਮੀਨਸ ਜਿਹੜਾ ਸੀ ਦਾ ਫਲੋਰ ਉਹ ਸਪਰੈਡ ਹੋ ਰਿਹਾ। ਓਕੇ, ਜਿਹੜਾ ਐਵਰੀ ਈਅਰ ਥੋੜ੍ਹਾ ਕੀ ਹੈ ਇਹ ਸੀ ਲੈਵਲ ਇਨਕਰੀਜ਼ ਹੋ ਰਿਹਾ, ਠੀਕ ਹੈ। ਦ ਨਿਊ ਕੰਸੈਪਟ ਇਜ਼ ਕਾਲਡ ਪਲੇਟ ਟੈਕਟੋਨਿਕਸ, ਠੀਕ ਹੈ, ਪਲੇਟ ਟੈਕਟੋਨਿਕਸ। ਤਾਂ ਨਵਾਂ ਜਿਹੜਾ ਕੰਸੈਪਟ ਸਾਹਮਣੇ ਆਇਆ ਉਹ ਹੈਗਾ ਪਲੇਟ ਟੈਕਟੋਨਿਕਸ ਦਾ, ਠੀਕ ਹੈ। ਤਾਂ ਪਲੇਟ ਟੈਕਟੋਨਿਕਸ ਕੀ ਨੇ? ਪਲੇਟ ਟੈਕਟੋਨਿਕਸ ਇਹ ਨੇ ਕਿ ਜਿਹੜੀ ਅਰਥ ਹੈ ਉਹਦੀਆਂ ਪਲੇਟਸ ਬਣੀਆਂ ਹੋਈਆਂ, ਠੀਕ ਹੈ। ਪਲੇਟਸ ਕਿਸ ਤਰ੍ਹਾਂ ਬਣੀਆਂ ਹੋਈਆਂ ਬੇਟਾ? ਜਿਸ ਤਰ੍ਹਾਂ ਆਪਾਂ ਲਾਸਟ ਚੈਪਟਰ ਦੇ ਵਿੱਚ ਡਿਸਕਸ ਕੀਤਾ ਸੀ ਕਿ ਅਰਥ ਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਠੀਕ ਹੈ। ਜਿਹੜੀ ਅੱਪਰ ਲੇਅਰ ਹੈਗੀ, ਓਕੇ, ਜਿਹਦੇ ਉੱਤੇ ਟਰੀਜ਼ ਨੇ, ਪਲਾਂਟਸ ਨੇ, ਜਾਂ ਵੇਅਰ ਵੀ ਲਿਵ, ਠੀਕ ਹੈ, ਦ ਸਰਫੇਸ ਆਫ ਦਾ ਅਰਥ, ਉਹਨੂੰ ਕੀ ਬੋਲਦੇ ਆ ਆਪਾਂ? ਜਿਹੜੀ ਅੱਪਰ ਲੇਅਰ ਬੋਲਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਮੈਂਟਲ ਆ ਜਾਂਦੀ ਹੈ, ਉਸ ਤੋਂ ਬਾਅਦ ਨੀਚੇ ਕੀ ਹੈ, ਕੋਰ ਆ ਜਾਂਦੀ ਹੈ, ਠੀਕ ਹੈ। ਅੱਪਰ ਲੇਅਰ ਨੂੰ ਆਪਾਂ ਕਰਸਟ ਬੋਲਦੇ ਹਾਂ, ਫਿਰ ਮੈਟਲ, ਫਿਰ ਕੋਰ, ਠੀਕ ਹੈ। ਤਾਂ ਜਿਹੜੀ ਉੱਪਰ ਵਾਲੀ ਕਰਸਟ ਹੈ ਬੇਟਾ, ਠੀਕ ਹੈ, ਸਰਫੇਸ ਹੈ, ਤਾਂ ਉਹਦੀ ਲੈਂਥ ਹੈ ਜਿਹੜੀ ਲਗਭਗ 35 ਕਿਲੋਮੀਟਰ ਹੈ, ਉਹ ਵੀ ਆਪਾਂ ਡਿਸਕਸ ਕੀਤਾ ਸੀ ਲਾਸਟ ਚੈਪਟਰ ਦੇ ਵਿੱਚ, ਠੀਕ ਹੈ। ਤਾਂ ਹੁਣ ਜਿਹੜੀ ਅਰਥ ਦੀ ਕਰਸਟ ਹੈ ਕੰਸਿਸਟਡ ਆਫ ਪਲੇਟਸ, ਤਾਂ ਇਹ ਪਲੇਟਸ ਦੇ ਵਿੱਚ ਡਿਵਾਈਡ ਹੋਈ ਹੈ, ਠੀਕ ਹੈ। ਮੀਨਸ ਕੀ ਹੈ ਕਿ ਜਿਹੜੀ ਸਾਰੀ ਕਰਸਟ ਹੈ ਉਹ ਇੱਕ ਸਿੰਗਲ ਨਹੀਂ ਹੈ, ਉਹ ਸਿੰਗਲ ਪਾਰਟ ਨਹੀਂ ਹੈ, ਉਹਦੇ ਵਿੱਚ ਵੀ ਕੁਛ ਪਾਰਟਸ ਵੰਡੇ ਹੋਏ ਆ ਕੇ, ਓਕੇ, ਨੋਨ ਐਜ਼ ਲਿਥੋਸਫੇਰਿਕ ਔਰ ਟੈਕਟੋਨਿਕ ਪਲੇਟਸ। ਮੀਨਸ ਜਿਹੜੀਆਂ ਅਰਥ ਦੀ ਕਰਸਟ ਦੇ ਪਾਰਟਸ ਬਣੇ ਹੋਏ ਨੇ, ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਲਿਥੋਸਫੇਰਿਕ ਜਾਂ ਟੈਕਟੋਨਿਕਸ ਪਲੇਟ ਕਹਿੰਦੇ ਆ, ਠੀਕ ਹੈ। ਇਹਨਾਂ ਦਾ ਨੰਬਰ ਕਿੰਨਾ ਬੇਟਾ? ਦੇਰ ਆਰ 6 ਮੇਜਰ ਐਂਡ 20 ਮਾਈਨਰ ਪਲੇਟਸ, ਠੀਕ ਹੈ। 6 ਵੱਡੀਆਂ ਪਲੇਟਸ ਨੇ ਅਤੇ 20 ਮਾਈਨਰ ਪਲੇਟਸ ਨੇ। ਮੀਨਸ ਆ ਦੇਖੋ ਜਿਸ ਤਰ੍ਹਾਂ ਇਹ ਸ਼ੋਅ ਕੀਤਾ ਹੋਇਆ ਨਾ, ਇਹ ਰੈੱਡ ਵਾਲੀ ਬਾਉਂਡਰੀ ਜਿਹੜੀ ਡਾਰਕ ਰੈੱਡ ਹੈ, ਇਹ ਇੱਕ ਮੇਜਰ ਪਲੇਟ ਆ ਗਈ, ਠੀਕ ਹੈ। ਇਹਦੇ ਵਿੱਚ ਆ ਦੇਖੋ ਫਰਦਰ ਛੋਟੀਆਂ ਛੋਟੀਆਂ ਪਲੇਟਸ ਆ ਗਈਆਂ, ਠੀਕ ਹੈ। ਮੀਨਸ ਕੀ ਹੈ ਕਿ ਇਹ ਇੱਕ ਟੁਕੜਿਆਂ 'ਚ ਵੰਡੀ ਹੋਈ ਹੈ ਕਰਸਟ, ਜਿਹੜੀ ਹੈ ਪੂਰੀ ਇੱਕ ਹੋਲ ਨਹੀਂ ਹੈ। ਇਹਦੇ ਵਿੱਚ ਕੀ ਨੇ? ਗੈਪ ਹੈ ਇੱਥੇ, ਇੱਕ ਬਾਰਡਰਸ ਨੇ, ਦਰਾੜਾਂ ਨੇ ਆਪਾਂ ਕਹਿ ਸਕਦੇ ਹਾਂ, ਓਕੇ, ਕਰਸਟ ਦੇ ਵਿੱਚ, ਓਕੇ। ਤੋ ਦ ਰੇਟ ਆਫ ਮੂਵਮੈਂਟ ਆਫ ਦ ਪਲੇਟ ਇਜ਼ ਐਕਸਟਰੀਮਲੀ ਸਲੋ ਅਬਾਊਟ ਫਿਊ ਮਿਲੀਮੀਟਰਸ ਈਚ ਈਅਰ, ਠੀਕ ਹੈ। ਤਾਂ ਪਲੇਟਸ ਨੇ ਕੀ ਬੇਟਾ ਥੋੜ੍ਹਾ ਮੂਵ ਹੋ ਰਹੀਆਂ ਨੇ। ਆਪਾਂ ਨੂੰ ਪਤਾ ਹੈ ਕਿ ਜਿਹੜੀ ਮੈਂਟਲ ਅਤੇ ਕੋਰ ਹੈਗੀ ਉਹ ਕੀ ਹੈਗੀ? ਮੋਲਟਨ ਲਾਵਾ ਹੈ ਉੱਥੇ, ਠੀਕ ਹੈ। ਤਾਂ ਮੋਲਟਨ ਹੋਣ ਕਰਕੇ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਲਾਵਾ ਹੋਣ ਕਰਕੇ ਉੱਥੇ ਹੀਟ ਪ੍ਰੋਡਿਊਸ ਹੁੰਦੀ ਹੈ। ਆਪਾਂ ਨੂੰ ਇਹ ਵੀ ਪਤਾ ਹੈ ਕਿ ਅਰਥ ਦੀ ਜਿਹੜੀ ਕੋਰ ਆ ਉਹਦਾ ਟੈਂਪਰੇਚਰ ਮੈਕਸੀਮਮ 5500 ਸੈਲਸੀਅਸ ਤੱਕ ਚਲਾ ਜਾਂਦਾ ਹੈ, ਠੀਕ ਹੈ। ਤਾਂ ਉਹ ਇੰਨੀ ਜ਼ਿਆਦਾ ਐਨਰਜੀ ਪੈਦਾ ਕਰਦੀ ਹੈ ਕਿ ਜਿਸ ਦੇ ਐਨਰਜੀ ਦੇ ਨਾਲ ਜਿਹੜੀ ਹੈਵੀ ਲੇਅਰ ਹੈ, ਕਰਸਟ ਹੈ ਨਾ, ਅਤੇ ਉਹਦੀਆਂ ਜਿਹੜੀਆਂ ਪਲੇਟਸ ਨੇ ਉਹ ਮੂਵ ਹੁੰਦੀਆਂ ਨੇ, ਠੀਕ ਹੈ। ਬਟ ਇਹ ਬਹੁਤ ਸਲੋ ਮੂਵ ਹੁੰਦੀਆਂ ਨੇ, ਵੀ ਕਾਂਟ ਫੀਲ ਇਟ, ਓਕੇ। ਫਿਊ ਮਿਲੀਮੀਟਰਸ ਹੈ ਨਾ, ਫਿਊ ਮਿਲੀਮੀਟਰ ਈਚ ਈਅਰ, ਠੀਕ ਹੈ। ਮਿਲੀਮੀਟਰ ਕੀ ਹੈ? ਬਹੁਤ ਥੋੜ੍ਹਾ ਹੁੰਦਾ ਬੇਟਾ, ਓਕੇ। ਦ ਐਨਰਜੀ ਰਿਕੁਆਇਰਡ ਟੂ ਮੂਵ ਦੀਜ਼ ਪਲੇਟ ਇਜ਼ ਪ੍ਰੋਡਿਊਸ ਬਾਈ ਦ ਇੰਟਰਨਲ ਹੀਟ ਆਫ ਦ ਅਰਥ, ਠੀਕ ਹੈ। ਜੋ ਨੀਚੋਂ ਹੀਟ ਪੈਦਾ ਹੁੰਦੀ ਹੈ, ਐਨਰਜੀ ਪੈਦਾ ਹੁੰਦੀ ਹੈ, ਉਹਦੀ ਪ੍ਰੈਸ਼ਰ ਦੇ ਦੁਆਰਾ ਮੂਵ ਹੁੰਦੀਆਂ ਇਹ, ਠੀਕ ਹੈ। ਦ ਸਰਫੇਸ ਏਰੀਆ ਆਫ ਦ ਪਲੇਟ ਇਜ਼ ਵੈਰੀ ਲਾਰਜ ਇਨ ਦ ਕੰਪੈਰੀਜ਼ਨ ਆਫ ਦੇਅਰ ਥਿਕਨੈਸ, ਓਕੇ। ਥਿਕਨੈਸ ਮੀਨਸ ਕੀ ਹੈ? ਇਹਦੀ ਜਿਹੜੀ ਮੋਟਾਈ ਹੈ, ਆਪਾਂ ਨੂੰ ਪਤਾ ਕਿ ਕਰਸਟ ਦੀ ਜਿਹੜੀ ਥਿਕਨੈਸ ਹੈ ਬੇਟਾ 35 ਕਿਲੋਮੀਟਰ ਹੈ। ਬਟ ਜਿਹੜੀ ਅੱਜ ਆਪਾਂ ਉੱਪਰ ਸਰਫੇਸ ਏਰੀਆ ਦੀ ਗੱਲ ਕਰੀਏ ਤਾਂ ਪਲੇਟਸ ਦਾ ਸਰਫੇਸ ਏਰੀਆ ਬਹੁਤ ਵੱਡਾ ਹੈ, ਠੀਕ ਹੈ, ਕੰਪੈਰੀਜ਼ਨ ਟੂ, ਕਿਉਂਕਿ ਜਿਹੜੀ ਅਰਥ ਹੈ, ਅਰਥ ਦੇ ਹੁਣ ਸਰਫੇਸ ਆ ਕਿੰਨੀ ਵੱਡੀ ਸਰਫੇਸ ਹੈ, ਠੀਕ ਹੈ। ਤਾਂ ਉਹਦੇ ਵਿੱਚ ਸਿਰਫ 6 ਪਲੇਟਸ ਆ ਜਾਂਦੀਆਂ। ਤਾਂ ਸਰਫੇਸ ਏਰੀਆ ਤਾਂ ਓਬਵੀਅਸਲੀ ਜ਼ਿਆਦਾ ਹੋ ਗਿਆ, ਬਟ ਥਿਕਨੈਸ ਦੀ ਜੇ ਗੱਲ ਕਰੀਏ ਤਾਂ 30 ਤੋਂ 35 ਕਿਲੋਮੀਟਰ ਜਿਹੜੀ ਕਰਸਟ ਦੀ ਥਿਕਨੈਸ ਹੈਗੀ ਹੈ ਬੇਟਾ। ਤਾਂ ਇਸ ਕਰਕੇ ਜਿਹੜੀ ਥਿਕਨੈਸ ਹੈ ਇਹਦੀ ਘੱਟ ਹੈ ਅਤੇ ਜਿਹੜਾ ਸਰਫੇਸ ਏਰੀਆ ਉਹ ਜ਼ਿਆਦਾ ਹੈਗਾ, ਠੀਕ ਹੈ। ਟੈਕਟੋਨਿਕ ਐਕਟੀਵਿਟੀ ਸੱਚ ਐਜ਼ ਅਰਥਕੁਏਕਸ ਐਂਡ ਵੋਲਕੈਨਿਸਿਟੀ ਅਕਰ ਅਲੋਂਗ ਦਾ ਪਲੇਟ ਮਾਰਜਨ, ਠੀਕ ਹੈ। ਮਾਰਜਨ ਕੀ ਹੁੰਦਾ ਬੇਟਾ? ਐਚ, ਠੀਕ ਹੈ, ਕਿਨਾਰਾ। ਮੀਨਸ ਜਿਹੜੀਆਂ ਟੈਕਟੋਨਿਕ ਐਕਟੀਵਿਟੀਜ਼ ਨੇ, ਜਿਸ ਤਰ੍ਹਾਂ ਜਿਹੜੀਆਂ ਟੈਕਟੋਨਿਕ ਪਲੇਟਸ ਨੇ ਉਹ ਜਦੋਂ ਮੂਵ ਹੁੰਦੀਆਂ ਨੇ ਤਾਂ ਉਹਨਾਂ ਦੀ ਮੂਵ ਹੋਣ ਨਾਲ ਅਰਥਕੁਏਕਸ ਆਉਂਦੇ ਨੇ, ਠੀਕ ਹੈ।
ਅਤੇ ਵੋਲਕੈਨੋਜ਼ ਇਰਪਟ ਹੁੰਦੇ ਨੇ ਤਾਂ ਇਹ ਸਾਰੇ ਕੀ ਨੇ ਮਾਰਜਨਸ 'ਤੇ ਹੁੰਦੇ ਨੇ। ਮੀਨਸ ਜਿੱਥੇ ਦੋ ਪਲੇਟਸ ਦਾ ਕਿਨਾਰ ਆ ਗਿਆ ਇਸ ਤਰ੍ਹਾਂ ਜੁਆਇੰਟ ਹੋ ਗਈਆਂ, ਠੀਕ ਹੈ, ਜਦੋਂ ਇਹ ਜਿਹੜਾ ਹੈਗਾ ਦੋਨੋਂ ਆਪਸ ਦੇ ਵਿੱਚ ਬੇਟਾ ਮੂਵ ਹੋਣ ਵੇਲੇ ਟਕਰਾਉਂਦੇ ਨੇ ਤਾਂ ਇੱਥੇ ਕੀ ਨੇ ਫਿਰ ਜਿਹੜੀ ਕਰਸਟ ਹੈ ਉਹਦੇ ਵਿੱਚ ਗੜਬੜ ਪੈਦਾ ਹੁੰਦੀ ਹੈ। ਮੀਨਸ ਮੂਵਮੈਂਟ ਪੈਦਾ ਹੁੰਦੀ ਹੈ, ਜਾਂ ਕਈ ਵਾਰੀ ਵੋਲਕੈਨੋ ਇਰਪਟ ਹੋ ਜਾਂਦਾ ਹੈ, ਜਾਂ ਕਈ ਵਾਰੀ ਕੀ ਹੁੰਦਾ ਉੱਪਰ ਅਰਥਕੁਇਕ ਆ ਜਾਂਦਾ ਹੈ। ਓਕੇ, ਤੋ the movement of the lithospheric plates cause various changes of the surface of the earth. The different types of movements of the plates are due to the various forces acting on it on the basis of their source of origin. These forces are divided into two broad categories. Means ਇਸ ਪੈਰੇ ਦੇ ਵਿੱਚ ਬੇਟਾ ਕੀ ਦੱਸਿਆ ਗਿਆ ਆਪਾਂ ਨੂੰ ਕਿ ਜਿਹੜੀ ਮੂਵਮੈਂਟ ਹੁੰਦੀ ਹੈ, ਠੀਕ ਹੈ, ਮੂਵਮੈਂਟ ਆਫ ਦਾ ਲਿਥੋਸਫੇਰਿਕ ਪਲੇਟਸ, ਠੀਕ ਹੈ, ਅਤੇ ਬਹੁਤ ਸਾਰੀਆਂ ਚੇਂਜਸ ਦੇ ਕਾਰਨ ਹੁੰਦੀਆਂ ਨੇ, ਠੀਕ ਹੈ। ਅਤੇ ਇਹ ਦੋ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਉੱਪਰ ਡਿਵਾਈਡ ਕੈਟਾਗਰਾਈਜ਼ ਕਰ ਸਕਦੇ ਨੇ, ਠੀਕ ਹੈ। ਦ ਫੋਰਸਿਸ ਵਿਚ ਓਰੀਜੀਨੇਟ ਫਰੋਮ ਵਿਦਿਨ ਦਾ ਅਰਥ ਆਰ ਕਾਲਡ ਐਂਡੋਜੀਨਿਕ ਫੋਰਸਿਸ, ਠੀਕ ਹੈ। ਐਂਡੋਜੀਨਿਕ ਫੋਰਸਿਸ ਕਿਹੜੀਆਂ ਫੋਰਸਿਸ ਹੁੰਦੀਆਂ ਨੇ ਬੇਟਾ? ਓਰੀਜੀਨੇਟ ਵਿਦਿਨ ਦਾ ਅਰਥ, ਮੀਨ ਜੋ ਅਰਥ ਦੇ ਅੰਦਰ ਓਰੀਜੀਨੇਟ ਹੁੰਦੀਆਂ ਨੇ। ਓਕੇ, ਦ ਫੋਰਸਿਸ ਵਿਚ ਓਰੀਜੀਨੇਟ ਔਨ ਦ ਸਰਫੇਸ ਆਫ ਦਾ ਅਰਥ ਆਰ ਕਾਲਡ ਐਕਸੋਜੈਨਿਕ ਫੋਰਸਿਸ। ਓਕੇ, ਜਿਹੜੀਆਂ ਫੋਰਸਿਸ ਬੇਟਾ ਬਾਹਰੋਂ ਕ੍ਰੀਏਟ ਹੁੰਦੀਆਂ ਨੇ, ਠੀਕ ਹੈ, ਜਿਸ ਤਰ੍ਹਾਂ ਆਪਾਂ ਫਾਰ ਐਗਜ਼ਾਮਪਲ ਲਗਾ ਲਓ ਵਿੰਡ ਆ ਗਈ, ਠੀਕ ਹੈ, ਹੈਵੀ ਰੇਨ, ਹੈਵੀ ਵਿੰਡਸ, ਓਕੇ, ਸੁਨਾਮੀ, ਓਕੇ, ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਹੁੰਦੀਆਂ ਨੇ ਅਰਥ ਦੇ ਉੱਪਰ ਉਹ ਐਕਸੋਜੈਨਿਕ ਫੋਰਸਿਸ ਦੇ ਕਾਰਨ ਹੁੰਦੀਆਂ ਨੇ। ਉਹਦਾ ਕਰਕੇ ਵੀ ਅਰਥ ਦੀ ਸਰਫੇਸ 'ਤੇ ਚੇਂਜਸ ਆਉਂਦੀ ਰਹਿੰਦੀ ਹੈ, ਠੀਕ ਹੈ। ਦ ਐਂਡੋਜੀਨਿਕ ਫੋਰਸਿਸ ਕੈਨ ਪ੍ਰੋਡਿਊਸ ਸਡਨ ਔਰ ਸਲੋ ਮੂਵਮੈਂਟ, ਠੀਕ ਹੈ। ਜਿਹੜੀਆਂ ਐਂਡੋਜੀਨਿਕ ਫੋਰਸਿਸ ਹੁੰਦੀਆਂ ਨੇ, ਜਿਹੜੀਆਂ ਅੰਦਰ ਹੁੰਦੀਆਂ ਨੇ, ਉਹ ਸਲੋ ਮੂਵਮੈਂਟ ਵੀ ਸ਼ੋਅ ਕਰਦੀਆਂ ਨੇ ਅਤੇ ਬਹੁਤ ਕੀ ਕਰਦੀਆਂ ਨੇ, ਮੀਨਸ ਸਲੋ ਅਤੇ ਸਡਨ ਮੂਵਮੈਂਟ ਦੋਨੋਂ ਸ਼ੋਅ ਕਰ ਸਕਦੀਆਂ ਨੇ। ਕਈ ਵਾਰ ਕੀ ਹੁੰਦਾ ਹੈ, ਜੇ ਪਲੇਟਸ ਦੇ ਵਿੱਚ ਜਿਹੜਾ ਹੈਗਾ ਜਦੋਂ ਪਲੇਟਸ ਮੂਵ ਹੁੰਦੀਆਂ ਨੇ, ਜੇ ਮਾਰਜਨ ਦੇ ਵਿੱਚ ਜ਼ਿਆਦਾ ਟਕਰਾਅ ਹੋ ਜੇ ਤਾਂ ਬਹੁਤ ਹਾਈ ਲੈਵਲ ਦਾ ਜਿਹੜਾ ਹੈਗਾ ਅਰਥਕੁਇਕ ਆ ਸਕਦਾ, ਜਿਹਦੇ ਕਾਰਨ ਬਹੁਤ ਜ਼ਿਆਦਾ ਜਿਹੜਾ ਹੈਗਾ ਡੈਮੇਜ ਹੋ ਸਕਦਾ ਬੇਟਾ ਕਰਸਟ ਦੇ ਉੱਪਰ, ਠੀਕ ਹੈ। ਜਾਂ ਇਹ ਸਲੋ ਤਾਂ ਮੂਵ ਕਰ ਹੀ ਰਹੀਆਂ ਨੇ, ਜੋ ਕਿ ਆਪਾਂ ਨੂੰ ਫੀਲ ਨਹੀਂ ਹੋ ਰਿਹਾ। ਓਕੇ, ਦੀਜ਼ ਫੋਰਸਿਸ ਆਲਸੋ ਕੋਜ਼ ਹੌਰੀਜੈਂਟਲ ਐਂਡ ਵਰਟੀਕਲ ਮੂਵਮੈਂਟਸ, ਠੀਕ ਹੈ। ਤਾਂ ਇਹ ਫੋਰਸਿਸ ਜਿਹੜੀਆਂ ਨੇ ਹੌਰੀਜੈਂਟਲ ਅਤੇ ਵਰਟੀਕਲ ਦੋਨੋਂ ਤਰ੍ਹਾਂ ਮੂਵ ਕਰਦੀਆਂ ਨੇ, ਠੀਕ ਹੈ। ਹੌਰੀਜੈਂਟਲ ਮੀਨਸ ਇਸ ਤਰ੍ਹਾਂ, ਠੀਕ ਹੈ, ਵਰਟੀਕਲ ਮੀਨਸ ਸਟੈਂਡਿੰਗ ਲਾਈਨ ਇਸ ਤਰ੍ਹਾਂ। ਓਕੇ, ਤਾਂ ਦੋਨੋਂ ਸਾਈਡ ਦੇ ਵਿੱਚ ਹੌਰੀਜੈਂਟਲੀ ਵੀ ਅਤੇ ਵਰਟੀਕਲੀ ਵੀ ਕੀ ਹੈ ਬੇਟਾ ਇਹ ਮੂਵ ਕਰਦੀਆਂ ਨੇ। ਓਕੇ, ਨੈਕਸਟ ਜਿਹੜਾ ਬੇਟਾ ਹੈਗਾ ਦਿੱਤਾ ਆਪਾਂ ਨੂੰ ਇੱਕ ਟੇਬਲ ਦਿੱਤਾ, ਪਹਿਲੇ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਫੋਰਸਿਸ ਵਿੱਚ ਇਫੈਕਟ ਦਾ ਅਰਥ, ਠੀਕ ਹੈ। ਆਪਾਂ ਫੋਰਸਿਸ ਦੀ ਗੱਲ ਕਰ ਰਹੇ ਸੀ। ਫੋਰਸਿਸ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਐਂਡੋਜੀਨਿਕ ਅਤੇ ਐਕਸੋਜੀਨਿਕ, ਠੀਕ ਹੈ। ਐਂਡੋਜੀਨਿਕ ਜੋ ਅਰਥ ਦੇ ਅੰਦਰੋਂ, ਜਿਸ ਤਰ੍ਹਾਂ ਕਿ ਵੋਲਕੈਨੋ ਇਰਪਟ ਹੁੰਦੇ ਨੇ, ਅਰਥਕੁਇਕ ਆਉਂਦਾ ਹੈ, ਠੀਕ ਹੈ। ਇਹ ਐਂਡੋਜੈਨਿਕ ਫੋਰਸਿਸ ਹੋ ਗਈਆਂ। ਐਕਸੋਜੈਨਿਕ ਫੋਰਸਿਸ ਜੋ ਕਿ ਬਾਹਰਲੀ ਕਰਸਟ ਦੀ ਜਿਹੜੀ ਐਟਮੋਸਫੇਅਰ ਆਪਣਾ ਉਹਦੇ ਵਿੱਚ ਹੁੰਦੀਆਂ ਨੇ। ਓਕੇ, ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਬੇਟਾ, ਸਡਨ ਫੋਰਸਿਸ ਅਤੇ ਡੈਸਟੋਫੋਰਿਕ ਫੋਰਸਿਸ। ਓਕੇ, ਸਡਨ ਫੋਰਸਿਸ ਲਾਈਕ ਅਰਥਕੁਇਕਸ, ਵੋਲਕੈਨਿਕ ਇਰਪਸ਼ਨਸ ਐਂਡ ਲੈਂਡਸਲਾਈਡਸ, ਐਂਡ ਡੈਸਟੋਫੋਰਿਕ ਫੋਰਸਿਸ ਲਾਈਕ ਮਾਊਂਟੇਨ ਬਿਲਡਿੰਗ, ਠੀਕ ਹੈ। ਸਡਨ ਫੋਰਸਿਸ ਮੀਨਸ ਸਡਨ ਜਿਹੜਾ ਅਰਥਕੁਇਕ ਉਹ ਵੀ ਸਡਨ ਹੁੰਦਾ ਹੈ, ਠੀਕ ਹੈ। ਵੋਲਕੈਨੋ ਇਰਪਟ ਹੁੰਦਾ ਉਹ ਵੀ ਸਡਨ ਹੁੰਦਾ, ਠੀਕ ਹੈ। ਲੈਂਡਸਲਾਈਡ ਹੋ ਗਈ ਉਹ ਵੀ ਸਡਨ ਹੁੰਦੀ ਹੈ, ਠੀਕ ਹੈ। ਡੈਸਟੋਫੋਰਿਕ ਫੋਰਸਿਸ ਮੀਨਸ ਮਾਊਂਟੇਨ ਬਿਲਡਿੰਗ। ਮਾਊਂਟੇਨ ਬਿਲਡ ਕੀ ਇੱਕ ਗ੍ਰੈਜੂਅਲ ਪ੍ਰੋਸੈਸ ਹੈ ਜੋ ਕਿ ਹੌਲੀ ਹੌਲੀ ਹੋ ਰਿਹਾ। ਓਕੇ, ਐਕਸੋਜੀਨਿਕ ਫੋਰਸਿਸ ਕੀ ਹੈ ਬੇਟਾ? ਜਿਹੜੀਆਂ ਐਰੋਜਨਲ ਐਂਡ ਡਿਪੋਜਨਲ ਵਰਕ, ਠੀਕ ਹੈ, ਕੀਤਾ ਜਾਂਦਾ ਰਿਵਰਸ ਦੁਆਰਾ ਜਾਂ ਵਿੰਡ ਦੁਆਰਾ, ਠੀਕ ਹੈ। ਰਿਵਰਸ ਹੋ ਗਿਆ, ਵਿੰਡ ਹੋ ਗਈ, ਗਲੇਸ਼ੀਅਰਸ ਹੋ ਗਏ ਅਤੇ ਸੀ ਵੇਵਸ ਹੋ ਗਈਆਂ, ਠੀਕ ਹੈ। ਤਾਂ ਇਹ ਸਾਰੇ ਕੀ ਨੇ ਬਾਹਰੀ ਕਾਰਨ ਨੇ ਜਿਹੜੇ ਕਿ ਅਰਥ ਦੀ ਕਰਸਟ ਦੇ ਉੱਪਰ ਚੇਂਜਸ ਲਿਆਉਂਦੇ ਨੇ। ਓਕੇ, ਤੋ ਨੈਕਸਟ ਬੇਟਾ ਹੈਗਾ ਵੋਲਕੈਨੋਸ। ਓਕੇ, ਨੈਕਸਟ ਟੋਪਿਕ ਇਜ਼ ਵੋਲਕੈਨੋਸ, ਠੀਕ ਹੈ। ਇਨ ਦਿਸ ਵੀ ਵਿਲ ਡਿਸਕਸ ਕਿ ਵੋਲਕੈਨੋਸ ਕਿਵੇਂ ਫਾਰਮ ਹੁੰਦੇ ਨੇ ਅਤੇ ਉਹ ਕਿੰਨੀ ਕਾਈਂਡਸ ਦੇ ਹੁੰਦੇ ਨੇ। ਓਕੇ, ਇਨ ਦਾ ਪਾਸਟ ਦਾ ਵੋਲਕੈਨੋ ਵਾਜ਼ ਨੋਨ ਐਜ਼ ਦਾ ਮਾਊਂਟੇਨ ਆਫ ਫਾਇਰ, ਠੀਕ ਹੈ। ਪਾਸਟ ਦੇ ਵਿੱਚ ਜਦੋਂ ਲੋਕਾਂ ਨੂੰ ਜਿਹੜਾ ਹੈਗਾ ਬੇਟਾ ਸਾਇੰਸ ਨੇ ਇੰਨੀ ਡਿਵੈਲਪਮੈਂਟ ਨਹੀਂ ਕੀਤੀ ਸੀ ਤਾਂ ਲੋਕ ਇਹਨੂੰ ਸਮਝਦੇ ਸੀ ਕਿ ਜਿਹੜੀ ਵੋਲਕੈਨੋ ਹੈ ਉਹ ਮਾਊਂਟੇਨ ਹੁੰਦੀ ਹੈ, ਕਿ ਫਾਇਰ ਵਾਲੀ ਮਾਊਂਟੇਨ ਹੁੰਦੀ ਹੈ, ਉਹ ਮਾਊਂਟੇਨ ਵੀ ਜਿਸ 'ਤੇ ਅੱਗ ਨਿਕਲਦੀ ਹੈ। ਓਕੇ, ਐਕਚੁਅਲੀ ਇਟ ਇਜ਼ ਨੋਟ ਅ ਮਾਊਂਟੇਨ, ਇਟ ਇਜ਼ ਅ ਸਰਕੂਲਰ ਓਪਨਿੰਗ ਥਰੂ ਵਿਚ ਹੌਟ ਮੋਲਟਨ ਮਟੀਰੀਅਲਸ ਇਰਪਟ ਸਡਨਲੀ। ਓਕੇ, ਐਕਚੁਅਲੀ ਇਹ ਕੀ ਹੈ, ਇੱਕ ਮਾਊਂਟੇਨ ਨਹੀਂ ਹੈ, ਇੱਕ ਸਰਕੂਲਰ ਓਪਨਿੰਗ ਹੁੰਦੀ ਹੈ ਜਿਹਦੇ ਵਿੱਚੋਂ ਇੱਕ ਮੋਲਟਨ ਮਟੀਰੀਅਲ ਨਿਕਲਦਾ ਹੈ, ਇਰਪਟ ਹੁੰਦਾ ਹੈ, ਸਡਨਲੀ ਬਾਹਰ ਨਿਕਲਦਾ, ਠੀਕ ਹੈ। ਦਿਸ ਓਪਨਿੰਗ ਇਜ਼ ਕਾਲਡ ਵੈਂਟ, ਠੀਕ ਹੈ। ਜਿਹੜਾ ਇਹ ਓਪਨਿੰਗ ਹੁੰਦੀ ਹੈ ਇਹਨੂੰ ਵੈਂਟ ਬੋਲਦੇ ਆ। ਸਮ ਟਾਈਮ ਦਾ ਓਪਨਿੰਗ ਕੈਨ ਬੀ ਲੌਂਗ, ਕਰੈਕ,
इट इज़ कॉल्ड फिशर। ठीक है, फिशर बेसिकली होंगी है बेटा त्रेड़ होंगी है। ठीक है, जिस तरह एक ही है दिस इज शोज दिस इज ए वेंट। ठीक है, एक ही है एक वेंट हैगा वोल्कैनो वेंट है, बट जे ये कारण ही की है इस वोल्कैनो का ही एक पार्ट बन सकता है, जिस तरह कि इस तरह लंबी एक त्रेड़ बन सकती है अर्थ के विच, तो इस हौली हौली सारे कितों की है इत्थों जिहड़ा हैगा वो लार्वा जो मैगमा है जोड़ा वो बाहर निकलता मोल्टन होके। ठीक है, तो इस जे वोल्कैनो एक लंबी त्रेड़ के रूप में होएगा, दराड़ के रूप में होएगा काफ़ी वास्ट एरिए के तो उन्होंने फिशर बोलते हैं। ठीक है, अदरवाइज जे इस तरह होएगा तो उन्होंने की बोलते हैं वेंट बोलते हैं। ओके, तो वोल्कैनिक कोन और माउंटेन इज फॉर्मड व्हेन द इरप्टेड माउंटेन मटीरियल अकामुलेट अराउंड द वेंट। ठीक है, अकामुलेट का मीनिंग होंगे बेटा इकट्ठा होना। ठीक है, तो जो बेटा वोल्कैनो जी कोन होंगी है, ठीक है, वो इरप्ट होंगे मटीरियल तो सारा अकमुलेट होकर की फॉर्म करता है एक माउंटेन फॉर्म करता है। ठीक है, द वेंट इज कनैक्टेड टू द अर्थ इंटीरियर बाय द नैरो पाइप अ फनल शेप्ड होल अ फनल शेप्ड हॉलो एट द टॉप ऑफ द कोन इज कॉल्ड क्रेटर। ओके, तो बेटा आप पिक्चर दोबारा देखते हैं। ठीक है, जो जोड़ा वेंट होंगे वो कितने जॉइन होंगे इंटीरियर पार्ट के नाल। ठीक है, जोड़ा इंटीरियर चैंबर होंगे ये काफ़ी ज़्यादा मैगमा होंगे। ठीक है, जो प्रैशर हो जाता है तो ये की है फिर बाहर इरप्ट होना शुरू हो जाता है। ठीक है, ये की है सारा अपना ये इट इज़ वेंट। ओके, तो जो ये बाहर इत्थे निकलता है इसका जो माउथ बनता है ओपनिंग माउथ उनकी बोलते हैं क्रेटर। ठीक है, दिट इज़ कॉल्ड क्रेटर, दिस इज़ कॉल्ड क्रेटर। ओके, नैक्सट है बेटा टाइप्स ऑफ